Audio Jungle. आरटीओ सारे ही अज बहुत बड़ी गिनती च इत्थे इकट्ठे होए ने जो कि ਜਿਹੜੇ ਇਹ ਕਾਲੇ ਕਾਨੂੰਨ ਬਣਾਏ ਨੇ ਤੁਸੀਂ ਸਮਝਦੇ ਹੋ ਕਿ ਇਹ ਮਾਰੇ ਨੇ। ਮੈਂ ਕਹਿ ਰਿਹਾ ਕਿ ਮੋਦੀ ਸਾਹਿਬ ਜਦ ਜਿਹੜੀ ਗੱਲ ਸਾਨੂੰ ਪਸੰਦ ਨਹੀਂ ਹੈ ਸਰਕਾਰਾਂ ਕਿਸ ਲਈ ਬਣਦੀਆਂ ਨੇ। ਸਰਕਾਰਾਂ ਸਾਡੇ ਦੁੱਖ ਦਰਦ ਸੁਣਨ ਵਾਸਤੇ ਬਣਦੀਆਂ ਨੇ, ਸਰਕਾਰਾਂ ਸਾਡੀ ਮਦਦ ਵਾਸਤੇ ਬਣਦੀਆਂ ਨੇ, ਸਰਕਾਰਾਂ ਕੰਮ ਕਰਨ ਵਾਸਤੇ ਬਣਦੀਆਂ ਨੇ। ਲੇਕਿਨ ਸਰਕਾਰਾਂ ਕਦੇ ਇਸ ਵਾਸਤੇ ਨਹੀਂ ਬਣਦੀਆਂ ਕਿ ਸਾਡੇ ਬੱਚੇ ਮਾਤਾਵਾਂ ਸੜਕਾਂ ਤੇ ਆ ਜਾਣ। ਸੋ ਮੋਦੀ ਸਾਹਿਬ ਬਹੁਤ ਮਾੜੀ ਗੱਲ ਕੀਤੀ ਹੈ। ਮੈਂ ਤੁਸੀਂ ਟੀਵੀ ਤੇ ਦੇਖ ਰਹੇ ਸੀ ਜਦੋਂ 26 ਤਰੀਕ ਨੂੰ ਸਾਡੇ ਕਿਸਾਨ ਭਰਾ ਦਿੱਲੀ ਵੱਲ ਕੂਚ ਕਰ ਰਹੇ ਸੀ ਤਾਂ ਪਹਿਲਾਂ ਉਹਨਾਂ ਨੂੰ ਅੰਬਾਲਾ ਤੇ ਦੋ ਗੱਲਾਂ ਆਈਆਂ ਜਦੋਂ ਦੇ ਸਕੂਲਾਂ 'ਚ ਪੜ੍ਹਦੇ ਰਹੇ ਹਾਂ, ਕਾਲਜਾਂ 'ਚ ਪੜ੍ਹਦੇ ਰਹੇ ਹਾਂ। ਜੈ ਜਵਾਨ ਜੈ ਕਿਸਾਨ ਦਾ ਨਾਰਾ ਇਹ ਸੜਕਾਂ ਤੇ ਬੈਠਾ ਤਾਂ ਕੀ ਇਹਨਾਂ ਸਰਕਾਰਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਿਸਾਨ ਦੇ ਮਾਤਾ ਪਿਤਾ ਬੱਚੇ ਸਭ ਅੱਜ ਸੜਕਾਂ ਤੇ ਲਿਆਤੇ, ਮਜ਼ਦੂਰ ਸੜਕਾਂ ਤੇ ਲਿਆਤੇ। ਭਰਾਵੋ ਮੈਂ ਆੜ੍ਹਤੀਆ ਹੋਣ ਦੇ ਨਾਤੇ ਇੱਕ ਗੱਲ ਜ਼ਰੂਰ ਕਹਿ ਦੇਣਾ ਚਾਹੁੰਦਾ। ਉਹ ਇਹ ਕਹਿ ਦੇਣਾ ਚਾਹੁੰਦਾ ਕਿ ਜਦੋਂ ਫਸਲ ਮੰਡੀ ਦੇ ਵਿੱਚ ਆਉਂਦੀ ਹੈ ਤਾਂ ਸਾਨੂੰ ਚਾਹ ਚੜ ਜਾਂਦਾ। ਜਿਹੜਾ ਬੰਦਾ ਮਜ਼ਦੂਰ ਟਰਾਲੀ ਤਾਰਦਾ ਉਹਨੂੰ ਚਾਹ ਹੁੰਦਾ ਮੈਂ ਟਰਾਲੀ ਤਾਰਨੀ ਹੈ। ਜਿਹੜਾ ਮਜ਼ਦੂਰ ਉਹਦੀ ਸਫਾਈ ਕਰਦਾ ਉਹਨੂੰ ਚਾਹ ਹੁੰਦਾ ਮੈਂ ਸਫਾਈ ਕਰਨੀ ਹੈ, ਕਿਉਂਕਿ ਉਹਨੂੰ ਇਸ ਕਿਸਾਨੀ ਤੋਂ ਆਪਣੀ ਰੋਟੀ ਰੋਜੀ ਮਿਲਣੀ ਹੈ। ਅੱਜ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਕਿਸਾਨਾਂ ਦਾ ਇੱਕ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਚਰਨਜੀਤ ਸਿੰਘ ਜੀ ਚੰਨੀ, ਹਰਬੰਸ ਸਿੰਘ ਜੀ ਜੂਝ ਰਹੇ ਕਿਸਾਨ ਵੀਰੋ, ਭੈਣੋ ਭਰਾਵੋ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਤੋਂ ਆਏ ਆਗੂ ਸਾਹਿਬਾਨ ਤੇ ਵਰਕਰ ਸਾਹਿਬਾਨ ਤੇ ਮੇਰੇ ਬੱਚਿਓ, ਲੰਮੇ ਸਮੇਂ ਤੋਂ ਇਹ ਕਿਸਾਨੀ ਸੰਘਰਸ਼ ਦੇ ਮੈਦਾਨ ਵਿੱਚ ਡਟੀ ਹੈ ਤੇ ਪੰਜਾਬ ਦੇ ਵਿੱਚੋਂ ਇਹਦੀ ਆਵਾਜ਼ ਜਦੋਂ ਉੱਠੀ ਤਾਂ ਇਹਨੇ ਬਾਕੀ ਸੂਬਿਆਂ ਨੂੰ ਪ੍ਰਭਾਵਿਤ ਕੀਤਾ ਤੇ ਇਸੇ ਆਵਾਜ਼ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਸਰਕਾਰਾਂ ਇਹ ਕਹਿ ਰਹੀਆਂ ਸੀ ਕਿ ਦਿੱਲੀ ਦੇ ਵਿੱਚ ਇਹ ਕਿਸਾਨ ਨਹੀਂ, ਇਹ ਖਾਲਿਸਤਾਨੀ ਨੇ, ਇਹ ਕਿਸਾਨ ਨਹੀਂ, ਇਹ ਸਿਆਸੀ ਪਾਰਟੀਆਂ ਦੇ ਵਿਚੋਲੀਏ ਨੇ, ਇਹ ਕਿਸਾਨ ਨਹੀਂ, ਇਹ ਸਿਆਸਤ ਤੋਂ ਪ੍ਰੇਰਿਤ ਲੋਕ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਜੈ ਭੀਮ ਜੈ ਭਾਰਤ, ਬੋਲ ਪੰਜਾਸੀ ਜੈ ਬੋਲ ਵਾਸੀ। ਬਹੁਤ ਹੀ ਸਤਿਕਾਰਯੋਗ ਅੱਜ ਇਸ ਕਾਲੇ ਕਾਨੂੰਨਾਂ ਦੇ ਦੌਰ ਦੇ ਵਿੱਚ ਜੋ RSS ਬ੍ਰਾਹਮਣ ਗਵਰਨਮੈਂਟ ਜੋ ਕੁਛ ਮੂਲ ਨਿਵਾਸੀਆਂ ਕੋਲ ਬਚਿਆ ਸੀ ਜ਼ਮੀਨ ਜਾਇਦਾਦ, ਉਹ ਕਾਲੇ ਕਾਨੂੰਨ ਪਾਸ ਕਰਕੇ ਬ੍ਰਾਹਮਣਾਂ ਨੇ ਮੂਲ ਨਿਵਾਸੀਆਂ ਨੂੰ ਉਸ ਕੰਢੇ ਲਿਆ ਦਿੱਤਾ ਜਿੱਥੇ ਜਿਹੜੇ ਉਹਨਾਂ ਦੇ ਡੈਥ ਵਾਰੰਟ ਇਸ਼ੂ ਕਰ ਦਿੱਤੇ। ਬਾਮਸੇਫ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗੀ। ਬਾਮਸੇਫ ਹਮੇਸ਼ਾ ਦੇ ਵਿੱਚ ਮੂਲ ਨਿਵਾਸੀਆਂ ਦੇ ਨਾਲ ਖੜੀ ਆ, ਬਾਮਸੇਫ ਕਿਸਾਨਾਂ ਦੇ ਨਾਲ ਖੜੀ ਆ। ਬਾਮਸੇਫ ਚਾਹੁੰਦੀ ਹੈ ਕਿ ਇੱਥੇ
ਜਿਹੜੇ ਬ੍ਰਾਹਮਣ ਵਿਦੇਸ਼ੀ ਨੇ ਉਹ ਇਹ ਕਾਲੇ ਕਾਨੂੰਨ ਵਾਪਸ ਲੈਣ ਤੇ ਇੱਥੋਂ ਜਿੱਥੋਂ ਜਨਰੇਸ਼ਨ ਨੂੰ ਆਏ ਸੀ ਇਹਨਾਂ ਨੂੰ ਉੱਥੇ ਵਾਪਸ ਕਰਨਾ ਇਹ ਬਾਮ ਸਾਹਿਬ ਦਾ ਲਕਸ਼ ਆ। ਜੈ ਭੀਮ ਜੈ ਭਾਰਤ। ਆ ਬਾਕੀ ਜਿਹੜਾ ਕਿ ਈਵੀਐਮ ਮਸ਼ੀਨ ਚੱਲ ਰਹੀ ਹੈਗੀ ਜੀ ਸਰ। ਈਵੀਐਮ ਮਸ਼ੀਨ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਜੋ ਈਵੀਐਮ ਮਸ਼ੀਨ ਦੇ ਨਾਲ ਹੀ ਹਰ ਪਾਸੇ ਸਰਕਾਰ ਆ ਰਹੀ ਹੈ। ਜਿਹੜੀ ਈਵੀਐਮ ਆ ਇਹ ਬ੍ਰਾਹਮਣ ਦੀ ਇੱਕ 2 ਮਿੰਟ ਫਿਰ ਕੱਟ ਦੋ ਸ਼ਾਟ ਥੋੜਾ ਜਿਹਾ। ਈਵੀਐਮ ਦੀ ਪੈਦਾਇਸ਼ ਇੰਡੀਆ ਗਵਰਨਮੈਂਟ ਜਿਨ੍ਹਾਂ ਨੇ 3 ਆਰਡੀਨੈਂਸ ਜਾਰੀ ਕੀਤੇ ਆ, ਕਿਸਾਨੀ ਤੇ ਡੈਥ ਵਾਰੰਟ ਜਾਰੀ ਕੀਤੇ ਆ, ਅਸੀਂ ਚਾਹੁੰਦੇ ਹਾਂ ਕਿ ਇਹ ਬਿੱਲ ਵਾਪਸ ਲਏ ਜਾਣ ਔਰ ਪੂਰੇ ਵਰਲਡ ਦੇ ਵਿੱਚ ਜਿੰਨਾ ਇਹ ਸੰਘਰਸ਼ ਭਖਿਆ ਹੋਇਆ ਟਰੂਡੋ ਨੇ ਵੀ ਔਰ ਕੱਲ ਯੂਐਨਓ ਦਾ ਜਿਹੜਾ ਸਕੱਤਰ ਸੀ ਉਹਨਾਂ ਨੇ ਵੀ ਬਿਆਨ ਜਾਰੀ ਕਰਕੇ ਇਹ ਵਾਪਸ ਕਰਨ ਦੇ ਕਿਸਾਨੀ ਦੇ ਨਾਲ ਖੜੇ ਨੇ। ਜੈ ਭੀਮ ਜੀ। ਸਾਥੀਓ, ਦੇਸ਼ ਦੇ ਅੰਦਰ ਜਿਹੜੀ ਵਿਵਸਥਾ ਬਣੀ ਹੋਈ ਹੈ ਉਹ ਵਿਵਸਥਾ ਜਿਹੜੇ ਭਾਰਤ ਦੇ ਵਸਿੰਦੇ ਹੈ ਉਹਨਾਂ ਕੋਲੋਂ ਹਰ ਇੱਕ ਚੀਜ਼ ਇਹਨਾਂ ਨੇ ਖੋ ਕੇ ਵਿਦੇਸ਼ੀ ਕੰਪਨੀਆਂ ਨੂੰ ਦੇ ਦੇਣੀ ਹੈ ਔਰ ਉਹਦੇ ਸੰਬੰਧ ਦੇ ਵਿੱਚ ਜਿਹੜੇ ਇਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਹੈ ਉਸ ਤੋਂ ਪਹਿਲਾਂ ਵੀ ਐਫਡੀਆਈ ਵਰਗੇ ਔਰ ਸੇਜ ਵਰਗੇ ਜਿਹੜੇ ਕਾਨੂੰਨ ਨੇ ਉਹ ਇਹ ਸਰਕਾਰ ਪਾਸ ਕਰ ਚੁੱਕੀ ਹੈ ਔਰ ਉਦੋਂ ਕਾਂਗਰਸ ਔਰ ਬੀਜੇਪੀ ਇਹ ਦੋਨੇ ਇੱਕੋ ਥਾਲੀ ਦੇ ਚੱਟੇ ਵੱਟੇ ਹੈ ਔਰ ਅੱਜ ਇਹ ਪਾਰਟੀਆਂ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ। ਇਹ ਸਿਰਫ ਦਿਖਾਵਾ ਆ ਔਰ ਦੂਸਰਾ ਇਹ ਬੜਾ ਵੱਡਾ ਛਲਾਵਾ ਕਰਕੇ ਜਿਹੜਾ ਇਹਨਾਂ ਨੇ ਖੇਤੀ ਦੇ ਸੰਬੰਧ ਦੇ ਵਿੱਚ ਜਿਹੜੇ ਆਰਡੀਨੈਂਸ ਪਾਸ ਕੀਤੇ ਹੈ ਉਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਹਨਾਂ ਨੇ ਸੰਸਦ ਦੇ ਵਿੱਚ ਔਰ ਕਾਰਜਪਾਲਿਕਾ ਤੇ ਆਪਣਾ ਰਾਜ ਸਭਾ ਦੇ ਵਿੱਚ ਇਹਨਾਂ ਨੇ ਜਿਹੜੀ ਧਵਨੀ ਦਬਾਅ ਦੇ ਸਦਕਾ ਇਹਨਾਂ ਜਿਹੜੇ ਇਹ ਕਾਨੂੰਨ ਨੇ ਉਹ ਪਾਸ ਕਰਾਏ ਨੇ ਉਹ ਲੋਕਾਂ ਦੇ ਕਦੇ ਵੀ ਹਿੱਤ ਦੇ ਵਿੱਚ ਨਹੀਂ ਹੈਗੇ। ਦੂਸਰਾ ਇਹ ਜਿਹੜੀ ਸਰਕਾਰ ਹੈ ਇਹ ਲੋਕਾਂ ਦੀ ਸਰਕਾਰ ਨਹੀਂ ਹੈਗੀ, ਇਹ ਜਿਹੜੀ ਸਰਕਾਰ ਹੈ ਇਹ ਈਵੀਐਮ ਦੇ ਦੁਆਰਾ ਆਪਣੇ ਆਪ ਪੈਦਾ ਹੋਈ ਸਰਕਾਰ ਹੈ। ਜੇਕਰ ਇਹ ਲੋਕਾਂ ਦੀ ਸਰਕਾਰ ਹੁੰਦੀ ਤਾਂ ਲੋਕਾਂ ਦੇ ਵਿਰੁੱਧ ਇਹ ਕਦੇ ਵੀ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਲੈ ਕੇ ਨਹੀਂ ਆਉਂਦੀ। ਸੋ ਅਸੀਂ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਅੰਦਰ ਇੱਕ ਵੱਡਾ ਅੰਦੋਲਨ ਹੋਵੇ ਔਰ ਇੱਥੇ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਲੋਕਾਂ ਦੇ ਹਿੱਤਾਂ ਦੇ ਵਿੱਚ ਕੰਮ ਨਹੀਂ ਕਰਦੀਆਂ ਤੇ ਇਹਨਾਂ ਨੂੰ ਇੱਥੋਂ ਜੜ ਤੋਂ ਉਖਾੜ ਫੈਂਕਣਾ ਚਾਹੀਦਾ। ਨਾ ਰਹੂਗਾ ਬਾਂਸ ਨਾ ਵੱਜੂਗੀ ਬੰਸਰੀ। ਸੋ ਅਸੀਂ ਸਾਰੇ ਇਹਨਾਂ ਨੇ ਕਿਸਾਨ ਅੰਦੋਲਨ ਜੋ ਚੱਲ ਰਿਹਾ ਹੈ ਅਸੀਂ ਮੁਲਾਜ਼ਮ ਵਰਗ, ਮਜ਼ਦੂਰ ਵਰਗ, ਕਿਰਤੀ ਵਰਗ ਸਾਰੇ ਇਸ ਜੋ ਆਰਡੀਨੈਂਸ ਪਾਸ ਕੀਤੇ ਹੈ ਅਸੀਂ ਉਹਦਾ ਪੂਰਜ਼ੋਰ ਵਿਰੋਧ ਕਰਦੇ ਹਾਂ। ਜਿੱਦਾਂ ਕਿ ਤੁਸੀਂ ਈਵੀਐਮ ਦੀ ਗੱਲ ਕੀਤੀ ਹੈਗੀ ਕਿ ਜਦੋਂ ਵੀ ਆਪਣੇ ਭਾਰਤ ਦੇ ਵਿੱਚ ਸਰਕਾਰ ਬਣੀ ਹੈਗੀ ਈਵੀਐਮ ਦੇ ਨਾਲ ਹੀ ਬਣੀ ਹੈਗੀ, ਤੁਸੀਂ ਇਹਦੇ ਬਾਰੇ ਕਹਿਣਾ ਚਾਹੋਗੇ ਜੀ? 2010 ਤੋਂ ਲੈ ਕੇ ਜਦੋਂ ਕਾਂਗਰਸ ਦੀ ਸਰਕਾਰ ਬਣੀ ਹੈ ਕਾਂਗਰਸ ਦੇ ਬੜੇ ਵੱਡੇ ਪੱਧਰ ਤੇ ਲੋਕਾਂ ਦੇ ਵੋਟ ਚੋਰੀ ਹੋ ਕੇ ਸਰਕਾਰ ਬਣੀ ਹੈ ਔਰ ਜਦੋਂ ਦੇਸ਼ ਦੇ ਅੰਦਰ ਜੋ ਸੁਪਰੀਮ ਸਵਾਮੀ ਹੈ ਉਹਨੇ ਇਸ ਮੁੱਦਾ ਚੱਕਿਆ ਸੀਗਾ ਦੇਸ਼ ਦੇ ਅੰਦਰ। ਉਸ ਤੋਂ ਬਾਅਦ ਜੋ ਅੰਤਰਰਾਸ਼ਟਰੀ ਬਾਮ ਸੇਵ ਦੇ ਪ੍ਰਚਾਰਕ ਨੇ ਬਾਵਨ ਮੇਸ਼ਰਾਮ ਸਾਹਿਬ ਉਹਨਾਂ ਨੇ ਈਵੀਐਮ ਦਾ ਮੁੱਦਾ ਚੱਕਿਆ ਔਰ 10 ਸਾਲ ਜਿਹੜੀ ਕਾਂਗਰਸ ਰਹੀ ਹੈ ਉਹ ਈਵੀਐਮ ਦੇ ਦੁਆਰਾ ਲੋਕਾਂ ਦੇ ਵੋਟ ਚੋਰੀ ਕਰਕੇ ਬਣੀ ਸੀ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਲੈ ਗਏ ਔਰ ਉਸ ਤੋਂ ਬਾਅਦ ਬਾਵਨ ਮੇਸ਼ਰਾਮ ਨੇ ਜਦੋਂ ਇਹ ਮੁੱਦਾ ਚੱਕਿਆ ਫਿਰ ਕਾਂਗਰਸ ਨੇ ਜਾ ਕੇ ਆਰਐਸਐਸ ਨਾਲ ਸਮਝੌਤਾ ਕੀਤਾ ਔਰ ਆਰਐਸਐਸ ਨੇ ਇਹਨਾਂ ਨੇ ਕਿਹਾ ਵੀ ਤੁਸੀਂ 10 ਸਾਲ ਘਪਲਾ ਕੀਤਾ। ਕਾਂਗਰਸ ਨੇ ਕਿਹਾ ਵੀ ਤੁਸੀਂ ਵੀ 10 ਸਾਲ ਘਪਲਾ ਕਰੋ। ਹੁਣ 2014 ਤੇ ਜੋ 2019 ਦੀ ਜਿਹੜੀ ਬੀਜੇਪੀ ਦੀ ਸਰਕਾਰ ਬਣੀ ਹੈ ਉਹ ਈਵੀਐਮ ਦੇ ਥਰੂ ਬਣੀ ਹੈ। ਇਹਨਾਂ ਨੂੰ ਬੀਜੇਪੀ ਦੀ ਗਿਣਤੀ ਇੰਨੀ ਕਿ 3.5% ਬੀਜੇਪੀ ਦੀ ਗਿਣਤੀ ਹੈ। ਇਹ ਕਿਸੇ ਪਿੰਡ ਦੇ ਵਿੱਚ ਆਪਣਾ ਇੱਕ ਪੰਚ ਨਹੀਂ ਜਿਤਾ ਸਕਦੇ ਔਰ ਦੇਸ਼ ਦੇ ਅੰਦਰ ਇਹ ਪੂਰੇ ਲੋਕਤੰਤਰ ਦੇ ਉੱਪਰ ਕਬਜ਼ਾ ਕੀਤਾ ਹੋਇਆ। ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਕਬਜ਼ਾ ਹੈ, ਮੀਡੀਆ ਦੇ ਉੱਪਰ ਇਹਨਾਂ ਦਾ ਕਬਜ਼ਾ ਹੈ। ਸੋ ਹਰ ਇੱਕ ਖਿੱਤੇ ਦੇ ਉੱਪਰ ਇਹ ਇਹਨਾਂ ਦਾ ਕਬਜ਼ਾ ਹੈ। ਔਰ ਦੂਸਰਾ ਇਹ ਜਿਹੜੀ ਸਰਕਾਰ ਹੈ ਇਹ ਹਮੇਸ਼ਾ ਹੀ 10 ਸਾਲ ਹੁਣ 5 ਸਾਲ ਪਹਿਲਾਂ ਔਰ 5 ਸਾਲ ਹੁਣ ਇਹ ਈਵੀਐਮ ਦੇ ਜਰੀਏ ਆ ਰਹੀ ਹੈ। ਜਿਸ ਤਰ੍ਹਾਂ ਪਿਛੋਕੜ ਦੇ ਵਿੱਚ ਤੁਸੀਂ ਦੇਖਿਆ ਹੁਣੀ ਬਿਹਾਰ ਦੇ ਵਿੱਚ ਇਲੈਕਸ਼ਨ ਹੋ ਕੇ ਹਟੇ ਨੇ। ਬਿਹਾਰ ਦੇ ਵਿੱਚ ਜਦੋਂ ਤੱਕ ਬੈਲਟ ਪੇਪਰ ਹੈ ਉਦੋਂ ਤੱਕ ਜਿਹੜਾ ਮਹਾਗਠਬੰਧਨ ਹੈ ਉਹ ਅੱਗੇ ਜਾਂਦਾ ਹੈ ਪਰ ਜਦੋਂ ਹੀ ਈਵੀਐਮ ਖੁੱਲ੍ਹਦੀ ਹੈ ਉਹਦੇ ਤਖਤਾ ਪਲਟ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਇਹ ਜਿਹੜੀਆਂ ਸਰਕਾਰਾਂ ਨੇ ਇਹ ਈਵੀਐਮ ਦੀ ਪੈਦਾਇਸ਼ ਨੇ, ਲੋਕਾਂ ਦੀਆਂ ਸਰਕਾਰਾਂ ਨਹੀਂ ਹੈਗੀਆਂ। ਜਦੋਂ ਤੱਕ ਅਸੀਂ ਕਿਸਾਨਾਂ ਦੀ ਇੱਕ ਚੀਜ਼ ਅਸੀਂ ਹੋਰ ਕਹਿੰਦੇ ਹਾਂ
ਕਿ ਅੱਜ ਤੁਹਾਡੇ ਲਈ ਜਲ ਜ਼ਮੀਨ ਕੁਝ ਵੀ ਹੈ ਉਹ ਬਿਲਕੁਲ ਨਹੀਂ ਬਚੂਗਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਈਵੀਐਮ ਨੂੰ ਬੰਦ ਨਹੀਂ ਕੀਤਾ। ਈਵੀਐਮ ਸਭ ਤੋਂ ਵੱਡਾ ਮੁੱਦਾ ਇਹਨਾਂ ਦਾ। ਤਾਂ ਮੋਦੀ ਸਰਕਾਰ ਨੇ ਵਾਪਸ ਲੈ ਲਈ ਲੈਂਦੀ ਹੈਗੀ ਆਪਣਾ ਜੋ ਕਾਨੂੰਨ ਨੇ ਪਾਸ ਕੀਤਾ ਹੈਗਾ, ਤਾਂ 2022 ਦੇ ਵਿੱਚ ਇਹਨੇ ਦੁਬਾਰੇ ਫੇਰ ਇਲੈਕਸ਼ਨ ਈਵੀਐਮ ਦੇ ਥਰੂ ਜਿੱਤਣਾ ਹੈਗਾ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਆਪਣਾ ਮਨਮਰਜ਼ੀ ਕਰਨੀ। ਉਹਦੇ ਬਾਰੇ ਕੀ ਤੁਹਾਡੀ ਪਲਾਨਿੰਗ ਹੈ? ਦੇਖਿਏ ਮਾਮਲਾ ਇਹਨਾਂ ਨੂੰ ਬਿੱਲਾਂ ਨੂੰ ਵਾਪਸ ਲੈਣ ਦਾ ਜਾਂ ਲਾਗੂ ਕਰਨ ਦਾ ਨਹੀਂ ਹੈਗਾ। ਮਾਮਲਾ ਹੈਗਾ ਦੇਸ਼ ਦੇ ਅੰਦਰ ਜਿੰਨੀ ਮੂਲ ਨਿਵਾਸੀ 85% ਦੀ ਸੰਖਿਆ ਹੈ ਉਹਨਾਂ ਨੂੰ ਦਬਾ ਕੇ ਰੱਖਣ ਦਾ, ਔਰ ਉਹਨਾਂ ਦੇ ਕੋਲ ਜੋ ਵੀ ਸੰਪत्ति ਜੋ ਵੀ ਉਹਨਾਂ ਕੋਲ ਸਾਧਨ ਨੇ ਉਹਨਾਂ ਨੂੰ ਹਥਿਆਉਣ ਦਾ ਮਾਮਲਾ। ਔਰ ਦੂਸਰਾ, ਜਿਸ ਤਰ੍ਹਾਂ ਇੱਕ ਜਾਦੂਗਰ ਦੀ ਜਿਹੜੀ ਜਾਨ ਹੈ ਉਹ ਤੋਤੇ ਦੇ ਵਿੱਚ ਹੁੰਦੀ ਹੈ, ਇਹ ਸਰਕਾਰ ਜਿਹੜੀ ਬਹੁਤ ਅਲਪਸੰਖ ਸਰਕਾਰ ਹੈ ਇਹਦੀ ਜਿਹੜੀ ਜਾਨ ਆ ਉਹ ਈਵੀਐਮ ਦੇ ਵਿੱਚ ਆ। ਜੇਕਰ ਅਸੀਂ ਸਾਰੇ ਰਲ ਕੇ ਈਵੀਐਮ ਦੇ ਵਿਰੁੱਧ ਅਸੀਂ ਅੰਦੋਲਨ ਕਰੀਏ ਤਾਂ ਕਦੇ ਵੀ ਇਹ ਜਿਹੜੀਆਂ ਲੋਕਾਂ ਦੇ ਵਿਰੋਧੀ ਸਰਕਾਰਾਂ ਨੇ ਇਹ ਕਦੇ ਪੈਦਾ ਨਹੀਂ ਹੋਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਈਵੀਐਮ ਦਾ ਵਿਰੋਧ ਕਰੋ ਤਾਂ ਕਿ ਇਹ ਸਰਕਾਰਾਂ ਜਿਹੜੀਆਂ ਲੋਕਾਂ ਦੀਆਂ ਹਤੈਸ਼ੀ ਨਹੀਂ ਹੈਗੀਆਂ ਇਹ ਨਹੀਂ ਬਣਨਗੀਆਂ। ਧੰਨਵਾਦ। ਵਰਗ ਦੇ ਕੀ ਸ਼ੁਰੂ ਕਰਾਂ? ਹਾਂ, ਪੂਰੇ ਭਾਰਤ ਦੇ ਜਿਹੜਾ ਹੈਗਾ ਉਹਦੇ ਜਿਹੜਾ ਸਮੁੱਚਾ ਜਿਹੜਾ ਵਰਗ ਹੈ, ਕਿਰਤੀ ਵਰਗ ਹੈ, ਉਹਦੇ ਉੱਤੇ ਕੋਈ ਬਹੁਤ ਵੱਡਾ ਹਮਲਾ ਹੈਗਾ। ਇਹ ਮੋਦੀ ਸਰਕਾਰ ਨੇ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਨੂੰ ਇਹ ਸਾਰਾ ਕੁਛ ਹੈ ਜਿਹੜਾ ਜਿੱਥੇ ਜਿਹੜਾ ਪੰਜਾਬ ਅੱਜ ਪੂਰੇ ਹਿੰਦੁਸਤਾਨ ਨੂੰ ਤਕਰੀਬਨ 70% ਹੈ ਜਿਹੜਾ ਅਨਾਜ ਪੈਦਾ ਕਰਕੇ ਦੇ ਰਿਹਾ, ਉਹਦਾ ਜਿਹੜਾ ਸਾਰਾ ਜ਼ਮੀਨਾਂ ਤੋਂ ਲੈ ਕੇ ਹੋਰ ਜਿਹੜਾ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਦੇ ਰਿਹਾ, ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਜਿਹੜੇ ਆਰਡੀਨੈਂਸ ਨੇ ਤਿੰਨੇ ਨਾ ਮਤਲਬ ਰੱਦ ਕੀਤੇ ਤਾਂ ਸਮੁੱਚਾ ਜਿਹੜਾ ਮੁਲਾਜ਼ਮ ਹੈ ਪੰਜਾਬ ਦਾ ਤਾਂ ਉਹ ਕਿਸਾਨਾਂ ਦੇ ਨਾਲ ਮੋਢੇ ਦੇ ਮੋਢਾ ਲਾ ਕੇ ਅੱਗੇ ਹੋ ਕੇ ਉਹਨਾਂ ਦੇ ਸਮਰਥਨ ਦੇ ਵਿੱਚ ਸ਼ਾਮਲ ਹੋਵੇਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੇ ਭਾਰਤ ਦੇ ਵਿੱਚ ਬੰਦ ਦਾ ਸੱਦਾ ਗਾ ਜਥੇਬੰਦੀਆਂ ਵੱਲੋਂ, ਸਾਰੀਆਂ ਵੱਲੋਂ, ਕਿਉਂਕਿ ਜਿਹੜੀ ਮੋਦੀ ਜ਼ਾਲਮ ਸਰਕਾਰ ਹੈ ਇਹਨੇ ਕਾਨੂੰਨ ਜਿਹੜੇ ਕਾਲੇ ਨੇ ਉਹ ਲਾਗੂ ਕੀਤੇ ਨੇ, ਧੱਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ। ਇਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਭਾਰਤ ਪੂਰਨ ਤੌਰ ਤੇ ਸਾਰੇ ਵਰਗਾਂ ਵੱਲੋਂ ਸੰਯੋਗ ਕਰਕੇ ਬੰਦ ਕੀਤਾ ਜਾ ਰਿਹਾ ਬਿਨਾਂ ਅਪੀਲ ਦਲੀਲ ਤੋਂ। ਸਾਰਿਆਂ ਨੇ ਹੀ ਬਾਜ਼ਾਰ ਤੇ ਸਾਰਾ ਟ੍ਰੈਫਿਕ ਚੱਕਾ ਜਾਮ ਕੀਤਾ ਗਾ ਕਿ ਕਾਲੇ ਕਾਨੂੰਨ ਵਾਪਸ ਹੋਣ, ਉਹਨਾਂ ਦੇ ਰੋਸ ਦੇ ਵਜੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਟੀਮ ਜੈ ਮੂਲ ਨਿਵਾਸੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰੇ ਭਾਰਤ ਦੇ ਵਿੱਚ ਅਰਾਜਕਤਾ ਫੈਲ ਰਹੀ ਆ। ਭਾਰਤ ਦਾ ਕੋਈ ਵੀ ਵਰਗ ਸਮੇਂ ਦੀ ਸਰਕਾਰ ਤੋਂ ਸੰਤੁਸ਼ਟ ਨਹੀਂ ਹੈਗਾ। ਹਾਲਾਂਕਿ ਬਹੁਤ ਮੁਸ਼ਕਲਾਂ ਦੇ ਵਿੱਚ ਨੇ, ਭਾਵੇਂ ਐਸਸੀ ਵਰਗ ਹੋਵੇ, ਭਾਵੇਂ ਐਸਟੀ ਵਰਗ ਹੋਵੇ, ਭਾਵੇਂ BC ਵਰਗ ਹੋਵੇ, ਭਾਵੇਂ ਮਿਨੋਰਟੀ ਮੁਸਲਮਾਨ। ਤੇ ਅੱਜ ਦੇਖੋ ਸਿੱਖ ਕਿਸਾਨ ਨੇ ਜਿਹੜੇ ਉਹਨਾਂ ਦੇ ਵਿੱਚ ਹਾਹਾਕਾਰ ਮੱਚੀ ਪਈ ਆ। ਕਿਸ ਤਰ੍ਹਾਂ ਕਰੋਨਾ ਦੀ ਆੜ ਦੇ ਵਿੱਚ ਕੇਂਦਰ ਸਰਕਾਰ ਧੜਾ ਧੜ ਗੈਰ ਸੰਵਿਧਾਨਕ ਕਾਨੂੰਨ ਪਾਸ ਕਰ ਰਹੀ ਆ, ਜਿਹਦੇ ਕਰਕੇ ਆਮ ਲੋਕਾਂ ਨੂੰ ਬੜਾ ਜਿਉਣਾ ਦੁੱਭਰ ਹੋਇਆ ਪਿਆ। ਅਸਲ ਵਿੱਚ ਸਾਨੂੰ ਸਮਾਜਿਕ ਵਿਵਸਥਾ ਸਮਝਣੀ ਪੈਣੀ ਆ। ਜਿੰਨਾ ਚਿਰ ਅਸੀਂ ਸਮਾਜਿਕ ਵਿਵਸਥਾ ਨੂੰ ਸਮਝਦੇ ਨਹੀਂ ਉਹਨਾਂ ਚਿਰ ਸਾਡੀਆਂ ਸਮੱਸਿਆਵਾਂ ਦਾ ਸਥਾਈ ਹੱਲ ਨਹੀਂ ਹੋਵੇਗਾ। ਸਾਨੂੰ ਸਮਾਜਿਕ ਵਿਵਸਥਾ ਸਮਝਣੀ ਪੈਣੀ ਆ। ਵਰਨ ਵਿਵਸਥਾ ਦੇ ਅਨੁਸਾਰ ਬ੍ਰਾਹਮਣ, ਕਸ਼ੱਤਰੀ, ਵੈਸ ਤੇ ਸ਼ੂਦਰ, ਸਿਰਫ ਤੇ ਸਿਰਫ ਸ਼ੂਦਰ 85% ਲੋਕਾਂ ਨੂੰ ਹੀ ਸਮੱਸਿਆ ਕਿਉਂ ਆ? ਕਦੇ ਬ੍ਰਾਹਮਣ, ਕਦੇ ਬਾਣੀਆ ਦੇਖਿਆ ਧਰਨੇ ਮੁਜ਼ਾਹਰੇ ਲਾਉਂਦਾ? ਕਿਉਂ ਨਹੀਂ ਲਾਉਂਦਾ? ਕਿਉਂਕਿ ਉਹ ਸੱਤਾ ਤੇ ਕਾਬਜ਼ ਨੇ। ਸੱਤਾ ਤੇ ਕਾਬਜ਼ ਹੋਣ ਲਈ ਸਾਨੂੰ 85% ਲੋਕਾਂ ਨੂੰ ਆਪਣੀ ਇੱਕ ਰਾਜਨੀਤਿਕ ਪਾਰਟੀ ਸਥਾਪਿਤ ਕਰਨੀ ਪੈਣੀ ਆ, ਜਿਹਦੇ ਵਿੱਚ ਨਿਰੋਲ ਬਹੁਜਨ ਸਮਾਜ ਦੇ ਲੋਕ ਹੋਣੇ ਚਾਹੀਦੇ ਨੇ। ਤਾਂ ਹੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਸਥਾਈ ਹੱਲ ਹੋ ਸਕਦਾ। ਅਦਰਵਾਈਜ਼ ਸਾਨੂੰ ਇਸੇ ਤਰ੍ਹਾਂ ਸੜਕਾਂ ਤੇ ਰੁਲਣਾ ਪਊਗਾ। ਜਿੰਨਾ ਚਿਰ ਅਸੀਂ ਸਮਾਜ ਦੇ ਵਿੱਚ ਗਰੀਬ ਵਰਗ ਨੂੰ ਆਪਣੀਆਂ ਸੱਜੀਆਂ ਖੱਬੀਆਂ ਬਾਹਾਂ ਨਹੀਂ ਸਮਝਾਂਗੇ, ਜਿੰਨਾ ਚਿਰ ਉਹਨਾਂ ਦੀਆਂ ਸਮੱਸਿਆਵਾਂ ਨਹੀਂ ਸਮਝਾਂਗੇ, ਉਹਨਾਂ ਚਿਰ ਅਸੀਂ ਸਥਾਈ ਹੱਲ ਨਹੀਂ ਲੱਭ ਸਕਦੇ। ਸਥਾਈ ਹੱਲ ਲੱਭਣ ਲਈ ਸਾਨੂੰ ਸਮਾਜਿਕ ਵਿਵਸਥਾ ਨੂੰ ਸਮਝਣਾ ਪਊਗਾ, ਭਾਈਚਾਰਕ ਸਾਂਝ ਬਣਾਉਣੀ ਪਵੇਗੀ। ਜੈ ਭਾਰਤ, ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਜੈ ਜਵਾਨ, ਜੈ ਕਿਸਾਨ। ਸਾਬਕਾ ਸੈਨਿਕ ਪਿੰਡ ਮਗਵਾਲ ਕਰਨੈਲ ਸਿੰਘ ਪੰਚ। ਅੱਜ ਜਿਹੜਾ ਮੋਦੀ ਨੇ ਭਾਰਤ ਨੂੰ ਵਕਤ ਪਾਇਆ
ਇਹ ਸਾਰਾ ਦੇਸ਼ ਵਿਦੇਸ਼ ਸਾਰੇ ਦੁਨੀਆ ਦੇਖ ਰਹੀ ਆ। ਜਿਹੜਾ ਮੋਦੀ ਹੈ ਇਹ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਚੜ ਕੇ ਇਹਨਾਂ ਦੇ ਬਾਹ ਫੜ ਕੇ ਜਿੱਤਿਆ। ਜਿਹੜੀਆਂ EVM ਮਸ਼ੀਨਾਂ ਨੇ, ਜੇਕਰ ਅੱਜ ਵੀ ਦੁਬਾਰਾ ਇਹਦੀ VOTING ਹੋ ਜੇ ਤਾਂ ਮੋਦੀ ਜਿੱਤ ਨਹੀਂ ਸਕਦਾ। ਤੁਸੀਂ ਦੇਖ ਲਓ ਜਿਹੜੇ ਰਾਜੇ ਮਹਾਰਾਜੇ ਪਹਿਲਾਂ ਦੇ ਨੇ, ਇਹਨਾਂ ਨੂੰ ਅੰਗਰੇਜ਼ ਰਾਜੇ ਨਹੀਂ ਕਹਿੰਦੇ ਤੇ, ਇਹਨਾਂ ਨੂੰ ਚੌਧਰੀ ਕਹਿ ਕੇ ਸੱਦਿਆ ਜਾਂਦਾ ਸੀਗਾ। ਇਹ ਜਿਹੜੇ ਚੌਧਰੀ ਦੇ, ਇਹ ਚੌਧਰੀ ਕਿਸ ਤਰ੍ਹਾਂ ਬਣੇ ਨੇ ਇਹ ਸਾਰੀ ਦੁਨੀਆ ਜੱਗ ਜਾਰਾ। ਇਹਨਾਂ ਨੇ ਉਹਨਾਂ ਨੂੰ ਆਪਣੀਆਂ ਲੜਕੀਆਂ ਵੀ ਦਿੱਤੀਆਂ ਨੇਗੀਆਂ ਇਹ ਚੌਧਰੀ ਬਣਨ ਨੂੰ। ਅੱਜ ਇਹ ਜਿਹੜੇ ਚੌਧਰੀ ਨੇ ਇਹ ਵੱਡੇ ਸਰਮਾਏਦਾਰ ਨੇ। ਅੱਜ ਇਹ ਸਾਡੇ ਦੇਸ਼ ਨੂੰ ਲੁੱਟਣਾ ਫੇਰ ਚਾਹੁੰਦੇ ਨੇ ਦੁਬਾਰਾ। ਇਹਨਾਂ ਦੇ ਵਿੱਚ ਉਹੀ ਅੰਗਰੇਜ਼ਾਂ ਦਾ ਖੂਨ ਆ ਜਿਹੜਾ ਉਹ ਬੋਲ ਰਿਹਾ ਗਾ। ਅੱਜ ਮੈਂ ਦੇਖ ਰਿਹਾ ਸੀ ਇੱਕ ਹਰਿਆਣੇ ਦਾ ਮੰਤਰੀ ਬੋਲ ਰਿਹਾ ਆਪਣਾ ਮੀਡੀਆ ਇਹਦਾ ਗੋਦੀ ਮੀਡੀਆ ਦਾ, ਉਹ ਕਹਿੰਦਾ ਕਿਸਾਨਾਂ ਨੇ ਕਹਿੰਦਾ ਰੋਟੀ ਨਹੀਂ ਖਾਧੀ ਕਹਿੰਦਾ ਉਹਨਾਂ ਨਾਲ ਮੰਤਰੀਆਂ ਨਾਲ। ਕਹਿੰਦਾ ਕਿਸਾਨ ਕਿਹੜਾ ਗੌਰਮਿੰਟ ਦੀਆਂ ਸੜਕਾਂ ਤੇ ਚੱਲ ਕੇ ਆਏ ਨੇ, ਕਹਿੰਦਾ ਉਹ ਕਿਹੜਾ ਜਹਾਜ਼ 'ਚ ਆਏ ਨੇ। ਮੈਨੂੰ ਪੁੱਛਣਾ ਚਾਹੁੰਦਾ ਗੋਦੀ ਮੀਡੀਆ ਨੂੰ ਉਹ ਕਿਹੜੀ ਸੜਕ ਦੀ ਗੱਲ ਕਰਦਾ। ਉਹ ਸੜਕ ਉਹਦੇ ਬਾਪ ਨੇ ਬਣਾਈ ਆ, ਸਾਡੇ ਟੈਕਸ ਦੀ ਸੜਕ ਬਣੀ ਆ ਉਹ। ਇਹਨੂੰ ਸਮਝ ਲੈਣਾ ਚਾਹੀਦਾ ਉਸ ਗੋਦੀ ਮੀਡੀਆ ਨੂੰ। ਜਿਹੜਾ ਜਹਾਜ਼ ਦੀ ਗੱਲ ਕਰਦਾ ਉਹ ਵੀ ਇਹਦੇ ਬਾਪ ਨੇ ਨਹੀਂ ਦਿੱਤਾਗਾ, ਉਹ ਵੀ ਸਾਡੇ ਟੈਕਸ ਦੇ ਪੈਸੇ ਦਾ ਬਣਿਆ। ਜਿਹੜੀਆਂ ਸਾਡੀਆਂ ਸੜਕਾਂ ਪੱਟੀਆਂ ਗਈਆਂ ਨੇ ਉਹ ਵੀ ਸਾਡੇ ਪੈਸੇ ਨਾਲ ਬਣੀਆਂ ਨੇ। ਹੁਣ ਜਿਹੜੀਆਂ ਬਣਨੀਆਂ ਦੁਬਾਰਾ ਉਹ ਵੀ ਸਾਡੇ ਪੈਸੇ ਨਾਲ ਬਣਨਗੀਆਂ। ਮੈਂ ਸਾਰੇ ਭਾਰਤ ਵਾਸੀਆਂ ਨੂੰ, ਸਾਰੇ ਬਾਹਰਲੇ ਦੇਸ਼ ਦੇ ਵਾਸੀਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਬੇਨਤੀ ਕਰਦਾ ਇਸ ਸੰਘਰਸ਼ ਦੇ ਵਿੱਚ ਕੁੱਦੋ, ਤਾਰੇ ਦੇ ਨੱਕ ਦੇ ਵਿੱਚ ਦਮ ਕਰ ਦਿਓ ਮੋਦੀ ਦੇ। ਜੈ ਜਵਾਨ ਜੈ ਕਿਸਾਨ, ਭਾਰਤ ਮਾਤਾ ਦੀ ਜੈ, ਬੋਲੇ ਸੋ ਨਿਹਾਲ। ਦੂਜੀ ਟਾਈਮ ਤੇ ਪ੍ਰਧਾਨ ਮੰਤਰੀ ਨੂੰ ਕਹਿੰਦੇ ਮੰਤਰੀ ਜੀ ਸਾਥੀ ਆਏ ਨੇ, ਆਪਾਂ ਦੋ ਨਾਰੇ ਲੜੀਏ, ਕਿਸਾਨ ਮਜ਼ਦੂਰ ਵਿਦਿਆਰਥੀ ਏਕਤਾ ਜਿੰਦਾਬਾਦ, ਸਾਡੀਆਂ ਮੰਗਾਂ ਪੂਰੀਆਂ ਕਰੋ, ਮੋਦੀ ਸਰਕਾਰ ਨੂੰ ਚੌੜਾ ਕਰੋ। ਤਾਂ ਸਾਥੀਓ ਉਹ ਹੁਣ ਕਹਿੰਦੇ ਨੇ ਵੀ ਤੁਸੀਂ ਸਾਡੇ ਖਾਲੀ ਪਏ ਸੀਲੋ ਨੂੰ ਭਰਨ ਦਾ ਪ੍ਰਬੰਧ ਕਰੋ। ਦੋਸਤੋ, ਭੈਣੋ, ਭਰਾਵੋ, ਮੇਰੇ ਵੀਰੋ, ਇਸ ਅੰਦੋਲਨ ਵਿੱਚ ਹਿੱਸਾ ਪਾ ਰਹੇ ਉਹਨਾਂ ਲੋਕਾਂ ਨੂੰ ਸਲਾਮ ਹੈ ਜੋ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਵਿੱਚ ਲੱਗੇ ਹੋਏ ਨੇ। ਉਸ ਹਕੀਕਤ ਨੂੰ, ਉਸ ਮੋਦੀ ਵਰਗੇ ਉਸ ਹਕੂਮਤ ਨੂੰ ਜਿਨ੍ਹਾਂ ਨੇ ਉਸ ਜ਼ਹਰ ਨੂੰ ਅੱਜ ਇਕੱਠੇ ਹੋ ਕੇ ਉਸ ਰਾਵਣ ਦੀ ਧੁੰਨੀ ਵਿੱਚ ਇੱਕ ਤੀਰ ਮਾਰ ਦਿੱਤਾ ਹੈ, ਜਿਸ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਾਗਰੂਕ ਕਰ ਦਿੱਤਾ ਹੈ। ਇਸ ਅੰਦੋਲਨ ਦੇ ਵਿੱਚ ਦੋਸਤੋ ਬੜੀਆਂ ਖੂਬਸੂਰਤ ਗੱਲਾਂ ਨਿਕਲ ਕੇ ਬਾਹਰ ਆਈਆਂ। ਅੱਜ ਸਾਡੇ ਇਸ ਅੰਦੋਲਨ ਵਿੱਚ ਜਿੱਥੇ ਸਾਡੀਆਂ ਸਾਰੀਆਂ ਧਿਰਾਂ ਇਕੱਠੀਆਂ ਹੋਈਆਂ, ਸਾਡਾ ਸਮਾਜ ਇੱਕ ਉਹਦੇ ਵਿੱਚ ਪਰੋਇਆ ਗਿਆ, ਉੱਥੇ ਅਸੀਂ ਔਰਤਾਂ ਦੀ ਸ਼ਮੂਲੀਅਤ, ਔਰਤਾਂ ਨੂੰ ਵਿਚਾਰਧਾਰਕ ਤੌਰ ਤੇ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਅਸੀਂ ਇੱਕ ਫਰੰਟ ਤੇ ਜੋ ਲੜ ਰਹੇ ਹਾਂ, ਇੱਕ ਜਾਬਰ ਹਕੂਮਤ ਨਾਲ ਲੜ ਰਹੇ ਹਾਂ। ਉਸ ਹਕੂਮਤ ਨਾਲ ਸਾਡੇ ਬੁੱਧੀਜੀਵੀ ਬਹੁਤ ਸਮਿਆਂ ਤੋਂ ਲੜਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਕਾਮਯਾਬ ਨਹੀਂ ਹੋ ਰਹੇ ਸੀ। ਉਹਦਾ ਕਾਰਨ ਇਹ ਸੀ ਕਿ ਉਹ ਕੱਲਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਉਹਨਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਸੀ। ਅੱਜ ਉਸ ਜਾਬਰ ਹਕੂਮਤ ਨੂੰ, ਉਸ ਖੜੂਸ ਦਿਮਾਗ ਹਕੂਮਤ ਨੂੰ ਅੱਜ ਜੋ ਸਾਡੇ ਲੋਕਾਂ ਨੇ ਉਸ ਤਰ੍ਹਾਂ ਦਾ ਦ੍ਰਿਸ਼ਟੀਕੋਣ ਅਪਣਾ ਕੇ, ਉਸ ਖੜੂਸਤਾ ਦੇ ਨਾਲ ਪੇਸ਼ ਆ ਕੇ, ਉਸ ਅੱਖਾਂ ਇਕੱਠੇ ਹੋ ਕੇ ਸਾਹਮਣੇ ਆਏ ਨੇ, ਉਸ ਨੂੰ ਸਾਰਿਆਂ ਨੂੰ ਸਲਾਮ ਕਰਨਾ ਬਣਦਾ ਹੈ। ਅਸੀਂ ਇਸ ਜੰਗ ਨੂੰ ਜਿੱਤਾਂਗੇ, ਪਰ ਸਾਡਾ ਜੇ ਏਕਾ ਇਸੇ ਤਰ੍ਹਾਂ ਬਣਿਆ ਰਿਹਾ ਤੇ ਅਸੀਂ ਬਣਾ ਕੇ ਵੀ ਰੱਖਾਂਗੇ। ਜਿਸ ਨਾਲ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਔਰਤ ਨੂੰ ਸੁਰੱਖਿਆ ਡਰਾਇਆ ਜਾਂਦਾ ਸੀ, ਉਹ ਸੁਰੱਖਿਆ ਦੇ ਘੇਰੇ ਟੁੱਟੇ ਨੇ। ਅੱਜ ਸਾਡੇ ਦਿਲਾਂ ਦਿਮਾਗਾਂ ਦੇ ਵਿੱਚੋਂ ਔਰਤ ਦੀ ਜਿਹੜੀ ਸੁਰੱਖਿਅਤ ਸੀ ਉਹਦਾ ਅੱਜ ਬਿੰਬ ਟੁੱਟ ਗਿਆ। ਅੱਜ ਉਸ ਦੇ ਅੰਦਰ ਖੌਫ ਨਿਕਲੇ ਨੇ, ਔਰਤ ਨਿਡਰ ਹੋ ਕੇ ਸਾਹਮਣੇ ਆ ਰਹੀ ਹੈ। ਮੈਂ ਦੇਖ ਰਹੀ ਸੀ ਸਵੇਰ ਦੀ ਵੀ ਸਾਡੇ ਇੰਨੀ ਸ਼ਮੂਲੀਅਤ ਹੈ, ਕੋਈ ਔਰਤ ਕਿਉਂ ਨਹੀਂ ਸਟੇਜ ਤੇ ਬੋਲ ਰਹੀ। ਮੈਂ ਇਹ ਸਿੱਟੀ ਹੈ, ਮੈਂ ਉਸ ਦਿਨ ਤੋਂ ਇਸ ਧਰਨੇ ਦੇ ਵਿੱਚ ਸ਼ਾਮਲ ਹਾਂ ਕਿਉਂਕਿ ਮੈਂ ਆਪ ਇੱਕ ਕਿਸਾਨ ਦੀ ਧੀ ਹਾਂ। ਮੈਂ ਉਸ ਮਿੱਟੀ ਦੇ ਨਾਲ, ਉਹਦੇ ਨਾਲ ਜੁੜੀ ਹੋਈ ਹਾਂ ਪਲ ਪਲ ਨਾਲ। ਮੈਨੂੰ ਲੱਗਦਾ ਵੀ ਅਸੀਂ
ਕਹਿ ਰਹੇ ਨੇ ਵੀ ਜੱਟਵਾਦ ਦਾ ਜਿਹੜਾ ਸੰਘਰਸ਼ ਹੈ, ਨਹੀਂ, ਜੱਟਵਾਦ ਦਾ ਸੰਘਰਸ਼ ਨਹੀਂ ਹੈਗਾ। ਇਹ ਸਾਡੇ ਸਾਰੇ ਲੋਕਾਂ ਦਾ, ਸਾਰੇ ਤਬਕਿਆਂ ਦਾ, ਸਾਡੇ ਮਜ਼ਦੂਰਾਂ ਦਾ, ਕਿਸਾਨਾਂ ਦਾ। ਜੇਕਰ ਸਾਡਾ ਇਹ ਸੰਘਰਸ਼ ਅਸੀਂ ਜਿੱਤ ਲੈਂਦੇ ਆ ਤਾਂ ਸਾਡੀ ਪੂਰੀ ਜਿਹੜੀ ਕੌਮ ਹੈ ਉਸ ਨੇ ਅੱਗੇ ਆਉਣਾ ਹੈ, ਸਾਡੀ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਹੈ। ਮੈਂ ਸਾਰੇ ਇੱਥੇ ਪਹੁੰਚਣ ਤੇ ਸਾਰੇ ਲੋਕਾਂ ਨੂੰ ਸਲਾਮ ਕਰਦੀ ਹਾਂ ਤੇ ਤੁਹਾਡੇ ਸੰਘਰਸ਼ ਵਿੱਚ ਸ਼ਾਮਲ ਹੋਣ ਤੇ ਬਹੁਤ ਖੁਸ਼ੀ ਪ੍ਰਗਟ ਹੋਈ। ਆਪਾਂ ਨੂੰ ਬਖਸ਼ੀ ਗੁਰੂ ਫਤਿਹ ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਡੇ ਕਿਰਤੀਆਂ ਨੂੰ, ਮੁਲਾਜ਼ਮਾਂ ਨੂੰ, ਕਿਸਾਨਾਂ ਨੂੰ, ਸਾਰਿਆਂ ਨੂੰ ਸੜਕਾਂ ਤੇ ਆਉਣਾ ਪੈ ਰਿਹਾ ਹੈ, ਉਹ ਮੋਦੀ ਦੀ ਦੇਣ ਆ ਸਾਨੂੰ। ਅਸੀਂ ਮੋਦੀ ਨੂੰ ਬੜੀਆਂ ਵੋਟਾਂ ਪਾਈਆਂ ਸਾਰਿਆਂ ਨੇ ਕਿ ਇਹ ਸਾਡਾ ਕੁਝ ਦੇਸ਼ ਦਾ ਕੁਝ ਭਲਾ ਕਰੂਗਾ, ਪਰ ਇਹਦੇ ਭਲਾ ਕਰਨ ਦੀ ਬਜਾਏ ਹਰ ਇੱਕ ਕਾਨੂੰਨ ਨੂੰ ਧੱਕੇ ਨਾਲ ਲਾਗੂ ਕੀਤਾ ਅਤੇ ਕੀਤਾ ਵੀ ਰਾਤ ਨੂੰ। ਜਿਵੇਂ ਨੋਟਬੰਦੀ ਲਾਗੂ ਕੀਤੀ ਰਾਤ ਦੇ 12 ਵਜੇ, GST ਲਾਗੂ ਕੀਤਾ ਰਾਤ ਦੇ 12 ਵਜੇ। ਅੱਜ ਦੇ ਜਿਹੜੇ ਕਿਸਾਨ ਵਿਰੋਧੀ ਕਾਨੂੰਨ 3 ਬਣਾਏ ਨੇ ਉਹ ਵੀ ਰਾਤ ਦੇ 12 ਵਜੇ। ਇਹਨੂੰ ਕੋਈ ਹੋਰ ਕੰਮ ਹੀ ਨਹੀਂ ਹੈਗਾ, ਇਹਨੂੰ ਕੋਈ ਕੁੱਤੇ ਨੂੰ ਕੋਈ ਕੰਮ ਹੀ ਨਹੀਂ ਹੈਗਾ। ਕਿਸੇ ਨੇ ਪਰਸੋਂ ਇੱਕ ਮੋੜ ਪਾਈ, ਇਹਦਾ ਜਵਾਕ ਫੜਾਇਆ, ਜਵਾਕ ਲੱਤਾਂ ਵੱਲੋਂ ਫੜਿਆ ਹੋਇਆ। ਉਹ ਜਿਹੜੇ ਬੰਦੇ ਨੂੰ ਇੱਕ ਜਵਾਕ ਨਹੀਂ ਫੜਨਾ ਆਉਂਦਾ, ਆਪਾਂ ਆਪਣੀ ਗਲਤੀ ਕਰਕੇ ਇਹਨੂੰ ਦੇਸ਼ ਫੜਾਤਾ। ਉਹ ਜਿਹਦੇ ਨਾ ਰਾਨਾ, ਨਾ ਕਾਨਾ, ਨਾ ਬੱਚਾ, ਨਾ ਜੱਚਾ, ਉਹਨੂੰ ਅਸੀਂ ਦੇਸ਼ ਬਣਾਤਾ, ਉਹਨੂੰ ਅਸੀਂ ਮੁੱਖ ਮੰਤਰੀ ਹੋਇਆ, ਖੱਟਰ ਹੋ ਗਿਆ, ਖੱਚਰ ਹੋ ਗਿਆ, ਜੋਗੀ ਹੋਇਆ, ਭੋਗੀ ਹੋਇਆ। ਸਾਰੇ ਮਲੰਗ ਬੰਦੇ ਜਿਨ੍ਹਾਂ ਨੇ ਸੱਪ ਫੜਨੇ ਸੀ, ਜਿਨ੍ਹਾਂ ਨੇ ਸਪੇਰੇ ਫੜਨੇ ਸੀ, ਉਹਨਾਂ ਨੂੰ ਅਸੀਂ ਦੇਸ਼ ਸੰਭਾਲ ਕੇ ਮਤਲਬ ਸੰਭਾਲ ਕਰ ਦਿੱਤਾ। ਸਾਡੀ ਗਵਰਨਮੈਂਟ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਿਸਾਨਾਂ ਨਾਲ ਪੂਰੀ ਹਮਦਰਦੀ ਆ। ਜਦੋਂ 25 ਸਤੰਬਰ ਨੂੰ ਭਾਰਤ ਬੰਦ ਕੀਤਾ ਤਾਂ ਅਸੀਂ ਸਾਰੇ ਮੁਲਾਜ਼ਮਾਂ ਨੇ, ਪੈਨਸ਼ਨਰਾਂ ਨੇ ਉਸ ਦਿਨ ਪੂਰਾ ਏਕਾ ਕਰਕੇ ਉਹਨਾਂ ਦੇ ਹੱਕ 'ਚ ਨਾਅਰੇ ਲਾਏ, ਉਹਨਾਂ ਦੇ ਹੱਕ 'ਚ ਅਸੀਂ ਬੰਦ ਕੀਤਾ। ਖੇੜੀ ਜਾ ਕੇ ਸਾਰੇ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਰਿਲਾਇੰਸ ਪੰਪ ਦੇ ਮੁਜ਼ਾਹਰੇ ਕੀਤੇ। ਆ ਇੱਥੇ ਕੋਈ ਵੈਸੇ ਹੀ ਬਣਿਆ ਫਿਰਦਾ, ਇਹਨਾਂ ਨੂੰ ਆਪਾਂ ਵੈਸੇ ਹੀ ਉਹ ਵੱਡਾ ਪ੍ਰਧਾਨ ਬਣਾਤਾ, ਸਤਵੰਤ ਸਿੰਘ ਬੈਠਾ ਪੂਨੀਆ। ਇਹਨੂੰ ਆਪਣੇ ਮੁਲਾਜ਼ਮਾਂ ਦਾ, ਆਪਣੇ ਕਿਸਾਨਾਂ ਦਾ, ਮਜ਼ਦੂਰਾਂ ਦਾ ਧੰਨਵਾਦ ਕਰਨਾ ਚਾਹੀਦਾ ਕਿ ਜਿਹਨੂੰ ਕੋਈ ਸੰਗਰੂਰ ਨਹੀਂ ਜਾਣਾ ਸੀ ਉਹਨੂੰ ਆਪਾਂ ਬਾਰਡਰ ਲੈਵਲ ਤੇ ਬਣਾਤਾ। ਉਹਨੂੰ ਦੱਸੋ ਬਾਰਡਰ ਲੈਵਲ ਤੇ ਉਹਦਾ ਘੇਰਾ ਪਾ ਕੇ। ਸੋ ਇਹਨਾਂ ਨੇ ਜਿੰਨੇ ਵੀ ਕਾਨੂੰਨ ਬਣਾਏ ਨੇ ਸਾਰੇ ਹੀ ਲੋਕ ਵਿਰੋਧੀ ਕਾਨੂੰਨ ਬਣਾਏ ਨੇ। ਅੱਜ ਜੋ ਕਿਰਤੀ, ਕਿਸਾਨ, ਮੁਲਾਜ਼ਮ ਇਕੱਠਾ ਹੋਇਆ, ਇਹ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਅਰਜਨ ਦੇਵ ਨੇ ਬਾਣੀ ਇਕੱਠੀ ਕੀਤੀ ਤਾਂ ਇਹਨਾਂ ਨੂੰ ਡਰ ਹੋ ਗਿਆ ਕਿ ਹੁਣ ਢਾਣੀ ਵੀ ਇਕੱਠੀ ਹੋਊਗੀ। ਗੁਰੂ ਗੋਬਿੰਦ ਸਿੰਘ ਜੀ ਨੇ ਢਾਣੀ ਇਕੱਠੀ ਕਰਤੀ, ਇਹਦੇ ਪੁਰਖਿਆਂ ਨੇ ਸਾਡੀ ਢਾਣੀ ਨੂੰ ਵੀ ਖਿਲਾ ਕੇ ਰੱਖਤਾ। ਅੱਜ ਫੇਰ ਢਾਣੀ ਇਕੱਠੀ ਹੋਈ ਆ। ਭਰਾਵੋ, ਕਿਸਾਨੋ, ਮਜ਼ਦੂਰੋ, ਵੀਰੋ, ਵਿਦਿਆਰਥੀਓ, ਮੁਲਾਜ਼ਮੋ, ਇਹ ਢਾਣੀ ਨੂੰ ਬਣਾ ਕੇ ਰੱਖਣਾ ਤਾਂ ਹੀ ਇਹਦੇ ਨੱਥ ਪਊਗੀ। ਇਹ ਕਾਨੂੰਨ ਵਾਪਸ ਹੋਣਗੇ, ਵਾਪਸ ਹੋਣਗੇ, ਵਾਪਸ ਹੋਣਗੇ। ਇੱਕ ਮੈਂ ਨਾਰਾ ਲਾਉਣਾ, ਕਿਰਤੀ ਕਿਸਾਨ ਮੁਲਾਜ਼ਮ ਏਕਤਾ, ਕਿਰਤੀ ਕਿਸਾਨ ਮੁਲਾਜ਼ਮ ਏਕਤਾ। ਮੋਦੀ ਮਾਮਾ ਮਰ ਗਿਆ। ਮੰਮੀ ਦੇ ਸਾਡੇ ਹੈ ਹੀ ਨਹੀਂ। ਮੋਦੀ ਆਏ ਹਾਏ, ਇੱਕ ਹੀ ਹੋਣਾ, ਇੱਕ ਹੀ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਦੇਖ ਸਕਦੇ ਹੋਗੇ ਸੰਗਰੂਰ ਦੇ ਵਿੱਚ ਸਾਰਾ ਹੀ ਬਾਜ਼ਾਰ ਬਿਲਕੁਲ ਬੰਦ ਹੈਗਾ ਔਰ ਬਿਲਕੁਲ ਇੱਕਾ ਦੁੱਕਾ ਜਿਹੜੀ ਆਵਾਜਾਈ ਹੈਗੀ ਉਹ ਚੱਲ ਰਹੀ ਹੈਗੀ। ਬਾਕੀ ਸਾਰਾ ਸ਼ਹਿਰ ਦੀ ਜੋ ਮਾਰਕੀਟ ਹੈਗੀ, ਸਾਰੀ ਮਾਰਕੀਟ ਇਸ ਟਾਈਮ ਬਿਲਕੁਲ ਬੰਦ ਪਈ ਹੈਗੀ। ਸਾਰੇ ਹੀ ਬਾਜ਼ਾਰਾਂ ਦੇ ਵਿੱਚ ਇਸ ਟਾਈਮ ਸੁੰਨਸਾਨ ਹੋਈ ਪਈ ਹੈਗੀ। ਤਕਰੀਬਨ ਦੁਪਹਿਰ ਦੇ 2:15 ਵੱਜ ਚੁੱਕੇ ਹੈਗੇ ਔਰ ਤੁਸੀਂ 2:15 ਦੇ ਵਿੱਚ ਟਾਈਮ ਦੇਖ ਰਹੇ ਹੋਗੇ ਕਿ ਇਸ ਟਾਈਮ ਜਿਹੜਾ ਕਿ ਇਹ ਜਗ੍ਹਾ ਹੈਗੀ ਬੜੇ ਚੌਕ ਤੋਂ ਆਪਣੇ ਬੱਸ ਸਟੈਂਡ ਦੇ ਲਵੇ ਆਪਣੇ ਇਹ ਇਸ ਟਾਈਮ ਖੜ੍ਹੇ ਹੈਗੇ ਔਰ ਸੰਗਰੂਰ ਬੱਸ ਸਟੈਂਡ ਦੇ ਉੱਤੇ ਇਸ ਟਾਈਮ ਪੂਰਾ ਯਾਨੀ ਕਿ ਰੌਣਕ ਮੇਲਾ ਹੁੰਦਾ ਹੈਗਾ ਔਰ ਅੱਜ ਤੁਸੀਂ ਦੇਖ ਸਕਦੇ ਹੋਗੇ ਕਿ ਇੱਥੇ ਬਿਲਕੁਲ ਸੁੰਨਸਾਨ ਹੋ ਪਈ ਹੈਗੀ। ਜੋ ਭਾਰਤ ਬੰਦ ਦਾ ਸੱਦਾ ਸੀਗਾ 8 ਤਰੀਕ ਦਾ,
8 ਦਸੰਬਰ ਦਾ ਸੋ ਬਿਲਕੁਲ ਸਫਲਤਾਪੂਰਵਕ ਰਿਹਾ। ਔਰ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਹੀ ਸਾਰੇ ਹੀ ਬਾਜ਼ਾਰ ਇਸ ਟਾਈਮ ਜੋ ਹੈਗੇ ਬਿਲਕੁਲ ਬੰਦ ਨੇਗੇ, ਕੋਈ ਦੁਕਾਨ ਨਹੀਂ ਖੁੱਲ੍ਹੀ ਹੈਗੀ ਅਤੇ ਬਿਲਕੁਲ ਸਫਲ ਹੈਗਾ 8 ਤਰੀਕ ਦਾ ਜੋ ਸੱਦਾ ਹੈਗਾ ਇਹ ਹੈਗੀ ਸੰਗਰੂਰ ਦੀ ਸਬਜ਼ੀ ਮੰਡੀ। ਔਰ ਜਿੱਥੇ ਕਿ ਹਰ ਵਕਤ ਦਿਨ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਬਹੁਤ ਹੀ ਜ਼ਿਆਦਾ ਜਾਣੀ ਕਿ ਜਿਹੜੀ ਪਬਲਿਕ ਹੈਗੀ ਉਹਦਾ ਆਉਣਾ ਜਾਣਾ ਹੁੰਦਾ ਹੈਗਾ, ਕਿਉਂਕਿ ਇਹ ਸਬਜ਼ੀ ਮੰਡੀ ਹੈਗੀ। ਔਰ ਸਬਜ਼ੀ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਕਿ ਜਿੰਨੀਆਂ ਵੀ ਦੁਕਾਨਾਂ ਨੇਗੀਆਂ, ਜਿੰਨੀਆਂ ਵੀ ਰੇਹੜੀਆਂ ਨੇਗੀਆਂ, ਸਾਰੀਆਂ ਹੀ ਬੰਦ ਪਈਆਂ ਨੇਗੀਆਂ। ਔਰ ਕਿਸਾਨ ਜਿਹੜੇ ਕਿ ਆਪਣਾ ਅੰਦੋਲਨ ਕਰ ਰਹੇ ਨੇਗੇ ਸ਼ਾਂਤੀਮਈ ਢੰਗ ਨਾਲ, ਉਸ ਦੇ ਸੰਬੰਧ ਵਿੱਚ ਅੱਜ ਆੜ੍ਹਤੀ ਐਸੋਸੀਏਸ਼ਨ ਔਰ ਜੇ ਸਬਜ਼ੀ ਮੰਡੀ ਯੂਨੀਅਨ, ਰੇਹੜੀ ਯੂਨੀਅਨ ਔਰ ਸਾਰਿਆਂ ਨੇ ਹੀ ਪੂਰਾ ਸਹਿਯੋਗ ਦਿੱਤਾ ਹੈਗਾ। ਔਰ ਜੋ ਭਾਰਤ ਬੰਦ ਦਾ ਜੋ 8 ਅਗਸਤ ਦਾ ਸੱਦਾ ਸੀਗਾ ਉਹਨੂੰ ਅੱਜ ਬਿਲਕੁਲ ਭਰਵਾਂ ਹੁੰਗਾਰਾ ਮਿਲ ਚੁੱਕਿਆ ਹੈਗਾ। ਔਰ ਮੋਦੀ ਸਰਕਾਰ ਨੂੰ ਇੱਥੋਂ ਸਬਕ ਲੈ ਲੈਣਾ ਚਾਹੀਦਾ ਹੈਗਾ ਕਿ ਦੇਖੋ ਜਿਹੜੇ ਕਿ ਇਸ ਟਾਈਮ ਕਿਸਾਨ ਸੜਕਾਂ ਦੇ ਉੱਤੇ ਉਤਰੇ ਹੋਏ ਨੇਗੇ ਔਰ ਬਿਲਕੁਲ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਚਾਰ ਕਰ ਰਹੇ ਨੇਗੇ, ਉਸ ਸੰਬੰਧ ਵਿੱਚ ਅੱਜ ਸਾਰਾ ਹੀ ਦੇਸ਼ ਬੰਦ ਪਿਆ ਹੈਗਾ। ਔਰ ਇਸ ਨੂੰ ਇਹ ਜਿਹੜੇ ਕਾਲੇ ਕਾਨੂੰਨ ਹੈਗੇ ਉਹ ਵਾਪਸ ਲੈ ਲੈਣੇ ਚਾਹੀਦੇ ਕਿ ਇੱਥੋਂ ਤੱਕ ਜਿਹੜੇ EVM ਮਸ਼ੀਨਾਂ ਨੇਗੀਆਂ, EVM ਮਸ਼ੀਨਾਂ ਦਾ ਵੀ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਹੈਗਾ ਕਿ EVM ਮਸ਼ੀਨਾਂ ਦੀ ਅਸੀਂ ਜਗ੍ਹਾ ਦੇ ਨਾਲ ਵੋਟਿੰਗ ਜੋ ਹੈਗੀ ਉਹ ਪੇਪਰ ਬੈਲਟ ਦੇ ਨਾਲ ਹੋਣੀ ਚਾਹੀਦੀ ਹੈਗੀ। ਔਰ ਸਾਰਿਆਂ ਨੂੰ ਬੇਨਤੀ ਹੈਗੀ ਕਿ ਜਿੱਥੇ ਅਸੀਂ ਕਿਸਾਨ ਅੰਦੋਲਨ ਦਾ ਸਾਥ ਦੇ ਰਹੇ ਹੈਗੇ ਉੱਥੇ ਹੀ ਅਸੀਂ EVM ਦਾ ਵਿਰੋਧ ਕਰਕੇ EVM ਦਾ ਜਿਹੜਾ ਸਾਥ ਹੈਗਾ ਉਹਦੀ ਜਗ੍ਹਾ ਦੇ ਉੱਤੇ ਸਾਨੂੰ ਬੈਲਟ ਪੇਪਰ ਰਾਹੀਂ ਵੋਟਿੰਗ ਕਰਨੀ ਚਾਹੀਦੀ ਹੈਗੀ।